ਸਾਬਕਾ ਮੈਂਬਰ ਪਾਰਲੀਮੈਂਟ ਸਾਡੇ ਨਾਲ ਬੈਠੇ ਨੇ ਮਾਨ ਸਾਹਿਬ ਕਿ ਦੀਪ ਸਿੱਧੂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਇੱਕ ਪੋਲੀਟੀਕਲੀ ਵੀ ਇੱਕ ਵੱਡਾ ਬਦਲਾਅ ਦੇਖਿਆ ਜਾਂਦਾ ਹੈ। ਇੱਕ ਜਿਸ ਤਰ੍ਹਾਂ ਉਹਨਾਂ ਦੇ ਅਰਦਾਸ ਮੌਕੇ ਦੇਖਿਆ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚਦੇ ਨੇ, ਆਮ ਮੁਹਾਰੇ ਪਹੁੰਚਦੇ ਨੇ। ਇਹ ਸਿਨੈਰੀਓ ਕਿਵੇਂ ਬਦਲਦਾ ਹੈ, ਕਿਵੇਂ ਦੇਖਦੇ ਹੋ ਤੁਸੀਂ ਇਸ ਪੂਰੇ ਹਾਲਾਤ ਨੂੰ? ਮੁਹਾਰੇ ਤਾਂ ਨਹੀਂ ਆਏ ਜੀ, ਇਹ ਸਾਰੇ ਲਗਨ ਦੇ ਨਾਲ ਲੋਕ ਆਏ ਹੈ ਤੇ ਅਫਸੋਸ ਹੈ ਕਿ ਐਸਜੀਪੀਸੀ ਨੇ ਅਜੇ ਤੱਕ ਅਫਸੋਸ ਨਹੀਂ ਕੀਤਾ ਹੈਗਾ। ਨਾ ਟਕਸਾਲ ਦੇ ਬਾਬਾ ਧੁੰਮਾ ਜੀ ਨੇ ਕੀਤਾ, ਨਾ ਉਹਨਾਂ ਦੀ ਸੰਤ ਸਮਾਜ ਨੇ ਕੀਤਾ, ਨਾ ਬਾਦਲ ਦਲ ਨੇ ਕੀਤਾ, ਨਾ ਬੀਜੇਪੀ ਨੇ ਕੀਤਾ, ਨਾ ਹੀ ਕਾਂਗਰਸ ਨੇ ਕੀਤਾ, ਨਾ ਜਿਹੜੀਆਂ ਟੁੱਟੀਆਂ ਹੋਈਆਂ ਪਾਰਟੀਆਂ ਹੈਗੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ, ਕਿਸੇ ਨੇ ਵੀ ਨਹੀਂ ਅਫਸੋਸ ਕੀਤਾ। ਤੇ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਕਿ ਅਸੀਂ ਕੌਮੀ ਨਿਊਜ਼ਪੇਪਰਸ ਹੈ, ਜਿਵੇਂ ਟ੍ਰਿਬਿਊਨ ਹੈ, ਹਿੰਦੁਸਤਾਨ ਟਾਈਮਜ਼ ਹੈ, ਟਾਈਮਜ਼ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਉਹਨਾਂ ਨੇ ਵੀ ਅਫਸੋਸ ਨਹੀਂ ਕੀਤਾ, ਕਿਸੇ ਨੇ ਓਬਿਟਰੀ ਨਹੀਂ ਲਿਖੀ ਹੈਗੀ। ਤੇ ਬਹੁਤ ਸ਼ਰਮ ਦੀ ਗੱਲ ਹੈ ਕਿ ਜਦੋਂ ਇੱਥੇ ਇੰਡੀਆ ਦੇ ਵਿੱਚ ਸਿੱਖਾਂ ਦਾ ਨੁਕਸਾਨ ਹੁੰਦਾ ਹੈ ਤੇ ਇਹ ਜਿਹੜੇ ਹਿੰਦੂਤਵਾ ਦੇ ਨਿਊਜ਼ਪੇਪਰ ਤੇ ਮੀਡੀਆ ਹੈਗੇ ਆ, ਇੱਥੇ ਫਰੀडम ਆਫ ਪ੍ਰੈਸ ਖਤਮ ਹੋ ਚੁੱਕੀ ਹੈ। ਸਿੱਖ ਕੌਮ ਤੇ ਮੁਸਲਮਾਨਾਂ ਦੇ ਲਈ ਖਤਮ ਹੈ। ਸਾਡੇ ਲਈ ਧਾਰਮਿਕ ਆਜ਼ਾਦੀ ਖਤਮ ਹੋ ਚੁੱਕੀ ਹੈ। ਮੁਸਲਮਾਨਾਂ ਨੂੰ ਹਿਜਾਬ ਨਹੀਂ ਪਹਿਨਣ ਦਿੰਦੇ। ਇੱਕ ਬੀਬੀ ਨੇ ਕਿਹਾ ਕਿ ਹਕੂਮਤ ਮੋਦੀ ਦੀ ਸਿੱਖ ਦਾ ਸਾਫਾ ਲਾ ਕੇ ਤਾਂ ਦੇਖੇ ਕੀ ਹੋਊਗਾ। ਸੋ ਇੱਥੋਂ ਤੱਕ ਜਦੋਂ ਗੱਲਾਂ ਹੋ ਜਾਣ ਤੇ ਘੱਟ ਗਿਣਤੀਆਂ ਇਹੋ ਜਿਹੇ ਚੈਲੰਜ ਕਰਨ ਲੱਗ ਪੈਣ ਤੇ ਉਧਰਲੇ ਪਾਸਿਓਂ ਰੂਸ ਯੂਕਰੇਨ ਦੇ ਉੱਤੇ ਹਮਲਾ ਕਰ ਰਿਹਾ ਹੈ, ਤੇ ਜੇ ਹਮਲਾ ਕੀਤਾ ਚੀਨ ਦਾ ਹੱਥ ਬਿਲਕੁਲ ਕਸ਼ਮੀਰ ਦੇ ਉੱਤੇ, ਲਦਾਖ ਦੇ, ਸਿੱਕਮ, ਭੂਟਾਨ, ਜਿੰਨੇ ਵੀ ਨਾਰਥ ਈਸਟ ਦੇ ਸਟੇਟਸ ਹੈ, ਇਹ ਤਾਂ ਚੀਨ ਹੜੱਪ ਕਰ ਜੂਗਾ। ਕਿਉਂ ਕਰਕੇ ਅੱਜ ਮਿਲਟਰੀ ਦਾ ਸਮਾਨ ਵੀ ਇੰਡੀਆ ਦੇ ਕੋਲੇ ਘੱਟ ਹੈਗਾ ਤੇ 900 ਕਿਲੋਮੀਟਰ ਜਿਹੜੇ 2020 ਦੇ ਵਿੱਚ ਇੰਡੀਆ ਨੇ ਚੀਨ ਨੂੰ ਦੇ ਦਿੱਤੇ ਹੈ। ਅਜੇ ਤੱਕ ਅਸੀਂ ਤਾਂ ਨਹੀਂ ਸੁਣਦੇ ਕਿ ਇੰਡੀਆ ਦੇ ਜਰਨੈਲ ਜਾਂ ਇਹਦੇ ਡਿਪਲੋਮੈਟਸ ਕੀ ਸਲਾਹ ਕਰ ਰਹੇ ਹੈ ਕਿ ਇਹ ਧਰਤੀ ਵਾਪਸ ਲੈਣੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ ਗਵਰਨਮੈਂਟ ਮੌਜੂਦਾ ਹੈ ਇਹ ਤਾਂ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਇਹਨੇ ਤਾਂ ਆਪਣੇ ਆਪ ਨੂੰ ਮਰਵਾ ਲੈਣਾ ਜੇ ਇਹ ਰੂਸ ਜਿਹਦੀ ਇਮਦਾਦ ਕਰ ਰਿਹਾ ਹੈ ਉਸ ਨੇ ਜੇ ਹਮਲਾ ਕਰਤਾ ਉੱਥੇ। ਮਤਲਬ ਆਪਾਂ ਇਸ ਪਾਸੇ ਵੀ ਮੈਂ ਤੁਹਾਡੇ ਨਾਲ ਦੁਬਾਰਾ ਇਸ ਪਾਸੇ ਆਵਾਂਗਾ, ਪਰ ਅੱਜ ਦੇ ਇਸ ਇਕੱਠ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜੇ ਇੰਨੀ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਅਸੀਂ ਗੱਲ ਕਰ ਰਹੇ ਸੀ, ਨੌਜਵਾਨ ਵੀ ਸੀ, ਲੜਕੀਆਂ ਸੀ, ਬੀਬੀਆਂ ਸੀ, ਬਜ਼ੁਰਗ ਸੀ, ਤਾਂ ਅਸੀਂ ਗੱਲ ਕਰ ਰਹੇ ਸੀ ਤਾਂ ਕੀ ਸਮਝਦੇ ਹੋ? ਉਹ ਕਹਿੰਦੇ ਨੇ ਕਿ ਅਸੀਂ ਸੋਚ ਦੇ ਪਿੱਛੇ ਆਏ ਹਾਂ। ਦੀਪ ਸਿੱਧੂ ਨੂੰ ਤੁਸੀਂ ਤੁਹਾਡੇ ਲਈ ਉੱਥੇ ਤੁਹਾਡੇ ਪ੍ਰਚਾਰ ਕਰਨ ਦੇ ਲਈ ਵੀ ਦੀਪ ਸਿੱਧੂ ਆਉਂਦੇ ਰਹੇ। ਦੀਪ ਸਿੱਧੂ ਦੀ ਸ਼ਖਸੀਅਤ ਬਾਰੇ ਤੁਸੀਂ ਕੀ ਸਮਝਦੇ ਹੋ? ਉਹਦੀ ਸੋਚ ਨੂੰ ਲੈ ਕੇ ਜੇ ਅੱਜ ਇੰਨਾ ਵੱਡਾ ਇਕੱਠ ਹੋਇਆ ਤਾਂ ਇਹਦੇ ਮਾਇਨੇ ਕੀ ਨੇ ਜੇ ਅੱਜ ਇੰਨੀ ਗਿਣਤੀ 'ਚ ਇੱਥੇ ਨੌਜਵਾਨ ਪਹੁੰਚੇ ਨੇ ਖਾਸ ਕਰਕੇ? ਇਹਦਾ ਮਤਲਬ ਹੈ ਕਿ ਨੌਜਵਾਨ ਹੁਣ ਆਜ਼ਾਦੀ ਮੰਗਦੇ ਆ। ਇਹ ਜਿਹੜੀ ਬੇਰੁਜ਼ਗਾਰੀ ਹੈ ਇਹ ਉੱਤੋਂ ਦੀ ਚੜ੍ਹ ਗਈ ਹੈ ਤੇ ਜਿਹੜੇ ਨੌਜਵਾਨ ਹੈ ਇਹ ਸਾਡੀ ਨਵੀਂ ਨਸਲ ਹੈ ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਦੋਜਹਿਦ ਦੇਖੀ ਹੈ ਜਾਂ ਪੜ੍ਹੀ ਹੈ ਜਾਂ ਸੁਣੀ ਹੈ। ਇਹ ਹੁਣ ਤਬਦੀਲੀ ਮੰਗਦੇ ਹੈ ਤੇ ਜਿੰਨਾ ਚਿਰ ਹਕੂਮਤ ਬੀਜੇਪੀ ਦੀ ਤੇ ਆਰਐਸਐਸ ਦੀ ਪੰਜਾਬ ਦੇ ਮਸਲੇ ਹੱਲ ਨਹੀਂ ਕਰੂਗੀ, ਇਹ ਜਿਹੜੀ ਵਿਰੋਧਤਾ ਹੈ ਇਹ ਵੱਧਦੀ ਚਲੀ ਜਾਣੀ ਹੈਗੀ ਹੈ। ਸੋ ਹਕੂਮਤ ਨੂੰ ਇਹਦੇ ਤੇ ਨਿਗਾਹ ਰੱਖਣੀ ਚਾਹੀਦੀ ਹੈ ਕਿ ਇਹ ਕੀ ਵਜ੍ਹਾ ਹੈ ਕਿ ਦਿੱਲੀ ਤੋਂ ਜਿਹੜੀਆਂ ਪਾਰਟੀਆਂ ਚੱਲਦੀਆਂ, ਬਾਦਲ ਦਲ, ਬੀਜੇਪੀ, ਆਮ ਆਦਮੀ ਪਾਰਟੀ, ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਆਦਿ, ਇਹਨਾਂ ਦੇ ਥੱਲਿਓਂ ਧਰਤੀ ਹੁਣ ਖਿੱਚੀ ਗਈ ਹੈ। ਇਹਨਾਂ ਦੇ ਪੈਰ ਧਰਤੀ ਤੇ ਨਹੀਂ ਰਹੇ, ਤਦੇ ਬੀਜੇਪੀ ਆਰਐਸਐਸ ਦੇ ਵਿੱਚ ਜਾ ਰਹੇ ਹੈ। ਤਾਂ ਮੇਰਾ ਮਤਲਬ ਹੈ ਕਿ ਹੁਣ ਨਵਾਂ ਯੁੱਗ ਆ ਗਿਆ ਹੈ ਤੇ ਲੋਕ ਤਬਦੀਲੀ ਮੰਗਦੇ ਆ। ਸਿੱਖ ਕੌਮ ਕੀ ਬਾਰਡਰ ਖੋਲੋ ਪਾਕਿਸਤਾਨ ਦੇ ਨਾਲ, ਜਿਹੜਾ ਸਾਡੀਆਂ ਜਿਨਸਾਂ ਉੱਧਰ ਜਾਣ, ਸਾਡੀ ਟਰਾਂਸਪੋਰਟ ਉੱਥੇ ਚੱਲੇ ਤੇ ਖਾਸ ਕਰਕੇ ਸਿੱਖਾਂ ਦੀਆਂ ਦੇ ਦੋ
ਕਿੱਤੇ ਹੈ, ਇੱਕ ਟਰਾਂਸਪੋਰਟ ਹੈ, ਇੱਕ ਕਿਸਾਨੀ ਹੈ, ਕਿਸਾਨ ਮਜ਼ਦੂਰੀ ਹੈ, ਤੇ ਜਿਹੜੇ ਸਾਡੇ ਲਾਲੇ ਮਾਣੀਏ ਹੈ ਉਹ ਕਰਦੇ ਆ ਵਪਾਰ। ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਊਗਾ ਜੇ ਇਹ ਬਾਰਡਰ ਖੁੱਲ ਜਾਣ, ਕਿਉਂ ਕਰਕੇ ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਹੈ ਤੇ ਪਾਕਿਸਤਾਨ ਰੂਸ ਤੋਂ ਲੈ ਰਿਹਾ ਇਹ ਸਾਰਾ ਕੁਝ ਕਣਕ, ਤੇ ਆਪਣੀ ਵੱਟ ਤੇ ਵੱਟ ਲੱਗਦੀ ਹੈ ਪਾਕਿਸਤਾਨ ਦੇ ਨਾਲ। ਇੱਥੋਂ ਕਿਉਂ ਨਹੀਂ ਕਣਕ ਜਾ ਸਕਦੀ ਮੰਡੀਆਂ ਦੇ ਵਿੱਚ? ਮਾਨ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਨੌਜਵਾਨ ਬਦਲਾਅ ਚਾਹੁੰਦੇ ਨੇ, ਇਸ ਬਦਲਾਅ ਨੂੰ ਤੁਸੀਂ ਤੁਹਾਡੇ ਮੁਤਾਬਕ ਦੀ ਪਰਿਭਾਸ਼ਾ ਕੀ ਹੈ? ਕਿਸ ਤਰ੍ਹਾਂ ਦੇ ਬਦਲਾਅ ਦੀ ਤੁਸੀਂ, ਕਿਉਂਕਿ ਇੱਕ ਪਾਸੇ ਤੁਸੀਂ ਬਾਰਡਰ ਖੋਲ੍ਹਣ ਦੀ ਗੱਲ ਕੀਤੀ, ਉਹ ਵੈਸੇ ਅਸੀਂ ਪਹਿਲਾਂ ਵੀ ਸੁਣਦੇ ਹਾਂ, ਬਾਕੀ ਚਾਹੇ ਕੋਈ ਵੀ ਪਾਰਟੀ, ਉਹ ਕਹਿੰਦੇ ਨੇ ਕਿ ਬਾਰਡਰ ਖੁੱਲ੍ਹਣਾ ਚਾਹੀਦਾ, ਉਹਦੇ ਨਾਲ ਕਾਰੋਬਾਰ ਵਧੇਗਾ, ਇੰਡਸਟਰੀ ਵਧੇਗੀ, ਰੁਜ਼ਗਾਰ ਵਧੇਗਾ, ਸਾਰੇ ਇਹਦੇ ਨਾਲ ਸਹਿਮਤੀ ਜਤਾਉਂਦੇ ਨੇ। ਪਰ ਜਿਹੜੇ ਤੁਸੀਂ ਬਦਲਾਅ ਦੀ ਗੱਲ ਕੀਤੀ, ਕੀ ਤੁਸੀਂ ਇਸੇ ਤਰ੍ਹਾਂ ਦੇ ਬਦਲਾਅ ਚਾਹੁੰਦੇ ਹੋ ਜਾਂ ਤੁਸੀਂ ਪੋਲੀਟੀਕਲੀ ਬਦਲਾਅ ਚਾਹੁੰਦੇ ਹੋ? ਤੁਹਾਨੂੰ ਕੀ ਲੱਗਦਾ ਹੈ ਕਿ ਉਹ ਨੌਜਵਾਨ ਹੈ ਜਿਹੜਾ, ਉਹ ਕਿਸ ਤਰ੍ਹਾਂ ਦੇ ਬਦਲਾਅ ਨੂੰ ਲੈ ਕੇ ਅੱਜ ਇੱਥੇ ਇਕੱਠਾ ਹੋਇਆ? ਉਹ ਆਜ਼ਾਦੀ ਮੰਗਦਾ ਜੀ ਕਿ ਇਹ ਹਿੰਦੂਤਵਾ ਦੇ ਥੱਲੇ ਨਹੀਂ ਚੱਲਿਆ ਜਾ ਸਕਦਾ, ਕਿਉਂ ਕਰਕੇ ਜਿਹੜਾ ਬੀਜੇਪੀ ਆਰਐਸਐਸ ਤੇ ਇਹ ਨਵੇਂ ਤੌਰ ਦੇ ਲੋਕ ਮੰਗਦੇ, ਹਿੰਦੂ ਰਾਸ਼ਟਰ ਮੰਗਦੇ ਆ। ਹਿੰਦੂ ਰਾਸ਼ਟਰ ਦੇ ਵਿੱਚ ਗੈਰ ਹਿੰਦੂ ਨਹੀਂ ਰਹਿ ਸਕੂਗਾ, ਨਾ ਉੱਥੇ ਮੁਸਲਮਾਨ, ਸਿੱਖ, ਜੈਨ, ਈਸਾਈ, ਨਾ ਕਬੀਲੇ, ਨਾ ਇਹ ਰੰਗਰੇਟੇ ਰਹਿ ਸਕਣਗੇ। ਇਹ ਸਿਰਫ ਹੈ ਜਿਹੜੇ ਸਿੱਖਾਂ ਦੇ ਰਾਜ ਦੇ ਵਿੱਚ ਸਾਰੀਆਂ ਜਾਤੀਆਂ ਇੱਕ ਹੋ ਕੇ ਰਾਜ ਕਰਨਗੀਆਂ। ਮਤਲਬ ਅੱਜ ਤੋਂ ਬਾਅਦ ਅੱਗੇ ਤੁਹਾਨੂੰ ਕੀ ਪਲੈਨਿੰਗ ਕੀ ਹੈ? ਕਿਸ ਤਰ੍ਹਾਂ, ਕਿਉਂਕਿ ਇੱਕ ਵੱਡਾ ਇਕੱਠ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ, ਉਹ ਕਿਸ ਤਰ੍ਹਾਂ ਦਾ ਇਕੱਠ, ਕਿਹੜੇ ਮੁੱਦਿਆਂ ਤੇ ਜਿਹੜਾ ਹੈਗਾ ਬੁਲਾਉਣ ਜਾ ਰਹੇ ਹੋ? ਸਾਨੂੰ ਜੀ ਆਪਣੀ ਧਰਮ ਦੀ ਆਜ਼ਾਦੀ ਚਾਹੀਦੀ ਹੈ, ਮੁਸਲਮਾਨਾਂ ਦੇ ਲਈ ਵੀ ਚਾਹੀਦੀ ਹੈ, ਉਹਨਾਂ ਦੇ ਹਿਜਾਬ ਦਾ ਮਸਲਾ ਹੈ। ਤੇ 6 ਤਰੀਕ ਨੂੰ ਜਿਹੜਾ ਅਸੀਂ ਇਕੱਠ ਬਰਗਾੜੀ ਵਿੱਚ ਸੱਦ ਰਹੇ ਹਾਂ ਕਿ ਉੱਥੇ ਸਿੱਧੂ ਸਾਹਿਬ ਦੀ ਆਤਮਾ ਦੇ ਲਈ ਅਰਦਾਸ ਵੀ ਕਰ ਦਈਏ ਤੇ ਸੈਂਟਰ ਨੂੰ ਵੀ ਨੋਟਿਸ ਭੇਜੀਏ ਕਿ ਜੇ ਤੁਸੀਂ ਸਾਡੇ ਧਾਰਮਿਕ ਮਸਲੇ ਹੱਲ ਨਹੀਂ ਕਰਦੇ ਤੇ ਇਹ ਜਿਹੜੀ ਇਹ ਸਿੱਖਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ, ਵੱਧਦੀ ਜਾ ਰਹੀ ਹੈ। ਕਿਉਂ ਕਰਕੇ 2015 ਦੇ ਵਿੱਚ ਬਾਦਲ ਨੇ, ਸੁਖਬੀਰ ਸਿੰਘ ਨੇ, ਸਮੇਤ ਸੈਣੀ ਨੇ, ਰਾਮ ਰਹੀਮ ਨੇ ਬਰਗਾੜੀ ਦੇ ਗੁਰਦੁਆਰਾ ਸਾਹਿਬ 10ਵੇਂ ਪਾਤਸ਼ਾਹ ਦਾ ਗੁਰਦੁਆਰਾ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬਹੁਤ ਜ਼ਿਆਦਾ ਭਿਆਨਕ ਬੇਅਦਬੀਆਂ ਕੀਤੀਆਂ ਤੇ 328 ਸਰੂਪ ਐਸਜੀਪੀਸੀ ਨੇ ਪਤਾ ਨਹੀਂ ਵੇਚਦੇ ਹੈ, ਕੀ ਕਰਦੇ ਹੈ। ਇਹ ਸਾਰੇ ਜਿਹੜੇ ਮਸਲੇ ਹੈਗੇ ਇਹ ਹੱਲ ਹੋਣੇ ਚਾਹੀਦੇ ਆ ਸਿੱਖਾਂ ਦੀਆਂ ਧਾਰਮਿਕ। ਪਰ ਦੂਸਰੇ ਪਾਸੇ ਜਿਹੜੀ ਬਰਗਾੜੀ ਦੀ ਤਫਤੀਸ਼ ਚੱਲ ਰਹੀ ਹੈ ਉਹਦੇ 'ਚ ਹਾਈ ਕੋਰਟ ਦੇ ਜੱਜ ਸਾਗਵਾਨ, ਸ਼ੇਖਵਾਤ ਤੇ ਬਜਾਜ ਨੇ ਤਫਤੀਸ਼ ਦੇ ਉੱਤੇ ਰੋਕ ਲਾਤੀ ਹੈ। ਮੈਨੂੰ ਨਹੀਂ ਸਮਝ ਆਈ ਕਿ ਇਹ ਹਿੰਦੂਤਵਾ ਪੱਖੀ ਜੱਜਾਂ ਨੇ ਜਿਹੜੀ ਧਰਮ ਦੀ ਬੇਅਦਬੀ ਹੋਈ ਹੈ, ਸੈਕਰੇਜ ਹੋਇਆ ਹੈ, ਇਹਦੇ ਤਫਤੀਸ਼ ਦੇ ਵਿੱਚ ਰੋਕ ਕਿਉਂ ਲਾਈ ਹੈ? ਮਾਨ ਸਾਹਿਬ, ਕਾਂਗਰਸ ਕਿਉਂਕਿ 5 ਸਾਲ ਉਹਨਾਂ ਨੇ ਸੱਤਾ ਦੇ ਵਿੱਚ ਰਹੇ ਨੇ, ਤਾਂ ਕਾਂਗਰਸ ਕਹਿੰਦੀ ਹੈ ਕਿ ਨਿਰਪੱਖ ਜਾਂਚ ਅਸੀਂ ਕਰ ਲਈ ਆ, ਅਸੀਂ ਨਤੀਜੇ ਤੇ ਪਹੁੰਚ ਗਏ ਆ, ਅਸੀਂ ਦੇਖੋ ਗੋਲੀकांड ਦੇ ਜਿਹੜੇ ਨੇ ਮੁਲਜ਼ਮ ਉਹ ਫੜ ਲਏ ਨੇ, ਔਰ ਰਾਮ ਰਹੀਮ ਤੱਕ ਦਾ ਬੇਅਦਬੀ ਮਾਮਲਿਆਂ ਦੇ ਵਿੱਚ ਉਹ ਕਹਿੰਦੇ ਅਸੀਂ ਪੁੱਛਗਿੱਛ ਦੀ ਕੋਸ਼ਿਸ਼ ਕਰ ਰਹੇ ਆ। ਕਾਂਗਰਸ ਆਪਣਾ ਦਾਅਵਾ ਕਰਦੀ ਹੈ ਕਰੇ ਜੀ, ਪਰ ਤੁਹਾਨੂੰ ਦਿਖਦਾ ਕਿ ਜੋ ਕਹਿੰਦੇ ਆ ਉਹ ਸੱਚ ਹੈ। ਅਜੇ ਰਾਮ ਰਹੀਮ ਨੂੰ ਫੜਿਆ, ਬਾਦਲ ਨੂੰ ਫੜਿਆ, ਸੁਖਬੀਰ ਨੂੰ ਫੜਿਆ, ਸੈਣੀ ਨੂੰ ਫੜਿਆ, ਇਹ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਫੜਿਆ। ਜਿਹੜੇ ਏਡੇ ਵੱਡੇ ਡਰੱਗ ਲਾਰਡ ਨੇ ਤੇ ਜਿਹੜੇ ਪੋਲੀਟੀਸ਼ੀਅਨਸ ਬਲਾਤਕਾਰ ਕਰਦੇ ਆ ਉਹਨਾਂ ਨੂੰ ਤਾਂ ਸੁਪਰੀਮ ਕੋਰਟ ਜ਼ਮਾਨਤਾਂ ਤੇ ਛੱਡੀ ਜਾਂਦੀ ਹੈ, ਤਾਂ ਫਿਰ ਇੱਥੇ ਲਾਅ ਐਂਡ ਆਰਡਰ ਕਿਵੇਂ ਰਹੂਗਾ ਜੇ ਸੁਪਰੀਮ ਕੋਰਟ ਹੀ ਬਲਾਤਕਾਰੀਆਂ ਨੂੰ ਤੇ ਇਹ ਡਰੱਗ ਲਾਰਡਸ ਜਿਹੜੇ ਵੇਚਦੇ ਆ ਨਸ਼ੇ ਉਹਨਾਂ ਨੂੰ ਇਹ ਜ਼ਮਾਨਤਾਂ ਦੇ ਰਹੀ ਹੈ? ਤੇ ਕਿਵੇਂ ਫਿਰ ਇਨਸਾਫ ਹੋਏਗਾ ਕਿਵੇਂ ਜੀ? ਜਾਂਚ ਅੱਗੇ ਵਧੇਗੀ ਕਿਵੇਂ? ਕਿ ਤੁਹਾਨੂੰ ਨੀਤੀ 'ਚ ਫਰਕ ਲੱਗਦਾ, ਤੁਹਾਨੂੰ ਨੀਅਤ 'ਚ ਫਰਕ ਲੱਗਦਾ? ਕਮੀ ਕਿੱਥੇ ਹੈ ਫਿਰ? ਕਿਉਂ ਇਹ ਮਾਮਲਾ ਹੁਣ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਿਆ? ਇਹ ਤਾਂ ਤੁਸੀਂ ਜਿਹੜੇ ਵੱਡੇ ਸਿਆਸਤਦਾਨ ਉਹਨਾਂ ਨੂੰ ਪੁੱਛੋ ਨਾ। ਮੈਨੂੰ ਤਾਂ ਪਹਿਲੀ ਵਾਰੀ ਤੁਸੀਂ ਇੰਗੇਜ ਕੀਤਾ ਹੈ, ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ। ਇਹ ਅੱਜ ਤੁਸੀਂ ਆਏ ਹੋ, ਬਹੁਤ ਤੁਹਾਡੀ ਮਿਹਰਬਾਨੀ ਹੈ। ਅਜੇ ਤੱਕ ਦਿੱਲੀ ਦਾ ਕੋਈ ਟੈਲੀਵਿਜ਼ਨ ਕਰੂ ਜਾਂ ਕੋਈ ਅਖਬਾਰ ਉਹ ਤਾਂ ਸਮਝਦਾ ਸਿਮਰਨਜੀਤ ਸਿੰਘ ਮਾਨ ਨੂੰ ਜੇ ਇਹਦੀ ਗੱਲ ਟੈਲੀਵਿਜ਼ਨ ਦੇ ਉੱਤੇ ਹੋ ਜੇ ਜਾਂ ਅਖਬਾਰਾਂ 'ਚ ਲਿਖਿਆ ਜਾਏ, ਇਹ ਉਹਦੀ ਸੋਚ ਨੂੰ ਆਕਸੀਜਨ ਹੈ। ਹੁਣ ਜਿੰਨਾ ਚਿਰ ਇਹ ਮੈਂ ਕਿਸੇ ਤਰ੍ਹਾਂ ਦਾ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਿਹਾ, ਕਾਨੂੰਨ ਦੇ ਵਿੱਚ ਬੋਲ ਰਿਹਾ, ਹੁਣ ਜੇ ਮੈਂ ਕਹਾਂ ਕਿ ਆਜ਼ਾਦੀ ਚਾਹੀਦੀ ਹੈ, ਇੱਕ ਸੋਚ ਹੈ
ਸੋਚ ਦੇ ਉੱਤੇ ਕੋਈ ਕਾਨੂੰਨ ਥੋੜੀ ਲੱਗ ਸਕਦਾ ਹੈਗਾ, ਹੈ ਨਾ। ਇਹ ਤਾਂ ਜੇ ਫਰੀडम ਆਫ ਸਪੀਚ ਇਹ ਵੀ ਬੰਦ ਕਰ ਦੋ, ਪਰ ਤੁਹਾਡੀ ਸੋਚ ਦੇ ਉੱਤੇ ਤਾਲੇ ਕਿਵੇਂ ਲੱਗ ਸਕਦੇ? ਮਾਨ ਸਾਹਿਬ 6 ਤਰੀਕ ਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਵੱਡਾ ਇਕੱਠ ਬੁਲਾਇਆ ਜਾ ਰਿਹਾ, ਤਾਂ ਉੱਥੇ ਕਿਸ ਤਰ੍ਹਾਂ ਦੇ ਫੈਸਲੇ ਹੋ ਸਕਦੇ ਨੇ 6 ਤਰੀਕ ਨੂੰ? ਕੀ ਉਹਦੀ ਪਹਿਲਾਂ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ, ਜਾਂ ਫਿਰ ਤੁਸੀਂ ਸਰਕਾਰ ਦਾ ਕੋਈ ਰਿਸਪੌਂਸ ਦੇਖ ਰਹੇ ਹੋ ਕਿ ਅਗਰ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦਾ ਰਿਸਪੌਂਸ ਹੁੰਦਾ ਤਾਂ ਫਿਰ ਅਸੀਂ ਇਹ ਫੈਸਲਾ ਕਰਾਂਗੇ? ਉਹਨੂੰ ਲੈ ਕੇ ਕੋਈ ਤਿਆਰੀ ਹੈਗੀ ਹੈ? ਕੋਈ ਲੱਗਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਹਾਂ, ਅਸੀਂ ਬਿਲਕੁਲ ਤਿਆਰੀ ਦੇ ਵਿੱਚ ਹੈਗੇ ਹਾਂ। 6 ਤਰੀਕ ਨੂੰ ਜਿਹੜੀ ਅਰਦਾਸ ਸਿੱਧੂ ਸਾਹਿਬ ਦੀ ਹੋਊਗੀ, ਉਹ ਹੋਊਗੀ ਕਿ ਮਾਲਵੇ ਦੇ ਗੜ੍ਹ ਦੇ ਵਿੱਚ ਅਰਦਾਸ ਹੋ ਰਹੀ ਹੈ, ਜਿਹੜੀ ਅਜੇ ਤੱਕ ਨਹੀਂ ਹੋਈ। ਤੇ ਨਾਲੇ ਇਹ ਵੀ ਲੱਗੂਗਾ ਕਿ ਇੱਕ ਤਾਂ ਸਾਡੇ ਧਰਮ ਦੀ ਬੇਅਦਬੀ ਹੋਈ ਹੈ, ਇੱਕ ਸਾਡਾ ਲੀਡਰ ਜਿਹੜਾ ਉੱਤੇ ਆ ਰਿਹਾ ਸੀ, ਜਿਹੜਾ ਵਲਾਇਤ ਤੋਂ ਕਾਨੂੰਨ ਪੜ੍ਹ ਕੇ ਆਇਆ ਸੀ ਕਿੰਗਸ ਕਾਲਜ ਤੋਂ, ਉਸ ਦੀ ਮੌਤ ਬਹੁਤ ਸ਼ੱਕੀ ਤਰ੍ਹਾਂ ਦੇ ਨਾਲ ਸਿੱਖ ਕੌਮ ਦੇਖ ਰਿਹਾ ਹੈ। ਤੇ ਇਹਦੇ ਬਾਰੇ ਤੁਹਾਨੂੰ ਫੈਸਲਾ ਕਰਨਾ ਪਊਗਾ ਕਿ ਇਹਦੀ ਤਫਤੀਸ਼ ਤੁਸੀਂ ਕਰਨੀ ਹੈ ਕਿ ਸਾਰੇ ਦੁਨੀਆ ਦੇ ਵਿੱਚ ਅਸੀਂ ਅਪੀਲ ਕਰੀਏ ਸਿੱਖਾਂ ਨੂੰ ਕਿ ਤੁਸੀਂ ਇਕੱਠੇ ਹੋ ਕੇ ਇਹਦੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਤਫਤੀਸ਼ ਕਰਾਓ, ਜਿਵੇਂ ਬੀਬੀ ਬੇਨਜ਼ੀਰ ਭੁੱਟੋ ਦੀ ਹੋਈ ਸੀ ਪਾਕਿਸਤਾਨ ਦੀ, ਤੇ ਲੈਬਨਾਨ ਦੇ ਵਿੱਚ ਜਿਹੜਾ ਪ੍ਰਾਈਮ ਮਿਨਿਸਟਰ ਹਰਾਰੇ ਸੀਗਾ ਉਹਨੂੰ ਵੀ ਮਾਰ ਦਿੱਤਾ ਗਿਆ ਸੀ, ਜਿਵੇਂ ਸਿੱਧੂ ਸਾਹਿਬ ਦੀ ਮੌਤ ਹੋਈ ਹੈ। ਸੋ ਇਹ ਸਾਰੀਆਂ ਚੀਜ਼ਾਂ ਗਵਰਨਮੈਂਟ ਆਫ ਇੰਡੀਆ ਨੂੰ ਦੇਖਣੀਆਂ ਪੈਣੀਆਂ ਕਿ ਇਹ ਮਾਮਲਾ ਬਹੁਤ ਵੱਡਾ ਸਿੱਖ ਕੌਮ ਦੇ ਲਈ, ਤੇ ਇਸ ਨੂੰ ਐਵੇਂ ਨਾ ਛੱਡਿਓ। ਤੇ ਜਿਹੜੇ 4 ਸਿੱਖ ਸਾਡੇ ਲਖੀਮਪੁਰ ਖੇੜੀ ਦੇ ਵਿੱਚ ਮਾਰੇ ਹੈ, ਉਹਨਾਂ ਦਾ ਵੀ ਮੁਲਜ਼ਮ ਮਿਸ਼ਰਾ ਇਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਦੇ ਉੱਤੇ ਛੱਡਦਾ ਹੈ, ਤੇ ਜਿਹੜਾ ਰਾਮ ਰਹੀਮ ਹੈ ਉਹਨੂੰ ਵੀ ਹਕੂਮਤ ਨੇ ਛੁੱਟੀ ਦੇਤੀ ਹੈ। ਇਹ ਸਾਡੇ ਮਨ ਦੇ ਵਿੱਚ ਰੜਕਦਾ ਹੈ। ਤੇ ਰਾਮ ਰਹੀਮ ਨੂੰ ਕਾਹਦਾ ਖਤਰਾ ਹੈਗਾ? ਉਹਨੂੰ ਜ਼ੈਡ ਸਿਕਿਉਰਿਟੀ ਦੇ ਦਿੱਤੀ ਹੈ। ਜਿਹੜਾ ਬੰਦਾ 2 ਕੇਸ ਜਬਰ ਜਨਾਹ 'ਚ ਕੈਦ ਹੋਇਆ ਹੋਵੇ, 2 ਕਤਲ ਦੇ ਕੇਸਾਂ ਦੇ ਵਿੱਚ ਕੈਦ ਹੋਇਆ ਹੋਵੇ, ਉਮਰ ਕੈਦ, ਤੇ ਉਹਨੂੰ ਜ਼ੈਡ ਸਿਕਿਉਰਿਟੀ ਦੇ ਦੇਣੀ, ਤੇ ਇਹ ਤਾਂ ਸਿੱਧਾ ਸਾਡੇ ਸਿੱਖਾਂ ਨੂੰ ਤਾਂ ਇਹ ਟਿੱਚ ਕਰਕੇ ਸਮਝਦੇ ਆ। ਮਤਲਬ ਜਿਹੜਾ ਅਲਟੀਮੇਟਮ ਹੈ ਇਹ ਤੁਸੀਂ ਕੇਂਦਰ ਨੂੰ ਦੇ ਰਹੇ ਹੋ, ਸਟੇਟ ਸਰਕਾਰ ਨੂੰ ਵੀ ਦੇ ਰਹੇ ਹੋ? ਅਲਟੀਮੇਟ ਨਹੀਂ, ਮੇਰੇ ਕੋਲੇ ਪਾਵਰ ਹੀ ਹੈ ਨਹੀਂ ਅਲਟੀਮੇਟਮ ਦੇਣ ਦੀ। ਜਿਹੜਾ ਇਕੱਠ ਕਰਕੇ ਤੁਸੀਂ ਸਿੱਧੇ ਤੌਰ ਤੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕਿ ਅਗਰ ਤੁਸੀਂ ਇਹ ਕਾਰਵਾਈ ਹੋਏਗੀ ਤਾਂ ਹੋਏਗੀ, ਨਹੀਂ ਤਾਂ ਉਸ ਤੋਂ ਬਾਅਦ ਸਾਡੀ ਇਹ ਤਿਆਰੀ ਰਹੇਗੀ। ਇਹ ਸੈਂਟਰ ਦੇ ਖਿਲਾਫ ਵੀ ਹੈ ਔਰ ਸਟੇਟ ਨੂੰ ਵੀ ਤੁਸੀਂ ਚੇਤਾਵਨੀ ਦੇ ਰਹੇ ਹੋ? ਖਿਲਾਫ ਨਹੀਂ ਹੈ। ਇਹ ਸਿੱਧੂ ਸਾਹਿਬ ਦੀ ਅਰਦਾਸ ਹੋਊਗੀ ਮਾਲਵੇ ਦੇ ਵਿੱਚ, ਤੇ ਲੋਕਾਂ ਨੂੰ ਦੱਸਿਆ ਜਾਊਗਾ ਕਿ ਅਜੇ ਤੱਕ ਸਾਨੂੰ ਧਰਮ ਦਾ ਇਨਸਾਫ ਕਿਉਂ ਨਹੀਂ ਮਿਲਿਆ। ਤਾਂ ਸਿਮਰਜੀਤ ਸਿੰਘ ਮਾਨ ਇੱਕ ਵੱਡਾ ਇਕੱਠ ਕਰਨ ਦਾ ਐਲਾਨ ਕਰ ਦਿੱਤਾ ਗਿਆ। 6 ਤਰੀਕ ਨੂੰ ਬਰਗਾੜੀ ਦੇ ਵਿੱਚ ਇੱਕ ਵੱਡਾ ਇਕੱਠ ਹੋਵੇਗਾ, ਜਿੱਥੇ ਦੀਪ ਸਿੱਧੂ ਦੇ ਲਈ ਅਰਦਾਸ ਕੀਤੀ ਜਾਵੇਗੀ। ਔਰ ਸਿੱਧੇ ਤੌਰ ਤੇ ਕਿਉਂਕਿ ਬੇਅਦਬੀ ਮਸਲਾ ਹਾਲੇ ਤੱਕ ਪੈਂਡਿੰਗ ਹੈ, ਕਿ ਲੰਮੇ ਸਮੇਂ ਤੋਂ ਜਾਂਚ ਦਾ ਦਾਅਵਾ ਕੀਤਾ ਜਾ ਰਿਹਾ, ਪਰ ਹਾਲੇ ਤੱਕ ਕੋਈ ਇਨਸਾਫ ਨਹੀਂ ਹੋਇਆ। ਤੇ ਹੋਰ ਬਾਕੀ ਮਸਲਿਆਂ ਨੂੰ ਲੈ ਕੇ ਦੀਪ ਸਿੱਧੂ ਦੀ ਮੌਤ ਦੀ ਵੀ ਨਿਰਪੱਖ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਕਿ ਚਾਹੇ ਇੰਟਰਨੈਸ਼ਨਲ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਕਿ ਸੱਚ ਸਾਹਮਣੇ ਆਵੇ। ਦੇਖਦੇ ਹਾਂ ਕਿਸ ਤਰ੍ਹਾਂ ਦੀ ਜਾਂਚ ਹੋਵੇਗੀ, ਕੀ ਸੱਚ ਸਾਹਮਣੇ ਆਏਗਾ। ਪਰ ਫਿਲਹਾਲ 6 ਤਰੀਕ ਦਾ ਇਕੱਠ ਜਿਹੜਾ ਉਹ ਬਹੁਤ ਕੁਝ ਤੈਅ ਕਰੇਗਾ। ਕੈਮਰਾਮੈਨ ਅਮਨਦੀਪ ਦੇ ਨਾਲ ਨਪਿੰਦਰ ਸਿੰਘ ਦਾ, ਨਿਊਜ਼ 18, ਸ਼੍ਰੀ ਫਤਿਹਗੜ੍ਹ ਸਾਹਿਬ।